ਲੱਖਾਂ ਲੋਕਾਂ ਦੇ ਵਿਚਾਰ ਬਦਲ ਦੇਣ ਵਾਲੀ ਵਿਸ਼ਵ ਪ੍ਰਸਿੱਧ ਪੁਸਤਕ ਤੇ ਦੇਵ ਪੁਰਸ਼ ਹਾਰ ਗਏ ਦਾ ਪੇਸ਼ ਹੈ ਪਾਠ 11 ਖਤਰਨਾਕ ਇਖਲਾਕੀ ਮਾਰਗਦਰਸ਼ਕ। ਦਾ ਆਲ ਸਿਲੋਨ ਬੁੱਧਿਸਟ ਕਾਂਗਰਸ, ਜੋ ਕਿ ਲੰਕਾ ਵਿੱਚ ਬੋਧੀਆਂ ਦਾ ਇੱਕ ਸੰਗਠਨ ਹੈ, ਇਸ ਗੱਲ ਤੇ ਅੜੀ ਹੋਈ ਹੈ ਕਿ ਇਸ ਦੇਸ਼ ਦੇ ਨੌਜਵਾਨਾਂ ਨੂੰ ਇਖਲਾਕੀ ਅਤੇ ਨੈਤਿਕ ਤੌਰ ਤੇ ਮਾਰਗਦਰਸ਼ਕ ਕਰਨ ਲਈ ਸਕੂਲਾਂ ਵਿੱਚ ਧਾਰਮਿਕ ਸਿੱਖਿਆ ਦਿੱਤੀ ਜਾਣੀ ਬਹੁਤ ਜ਼ਰੂਰੀ ਹੈ। ਭਿੰਨ ਭਿੰਨ ਈਸਾਈ ਫਿਰਕਿਆਂ ਦੇ ਆਗੂ ਵੀ ਇਸ ਗੱਲ ਦੀ ਪੂਰੀ ਜਿੱਦ ਕਰ ਰਹੇ ਹਨ ਕਿ ਈਸਾਈ ਵਿਦਿਆਰਥੀਆਂ ਨੂੰ ਬਾਈਬਲ ਪੜ੍ਹਨੀ ਜ਼ਰੂਰੀ ਹੋਣੀ ਚਾਹੀਦੀ ਹੈ। ਮੈਂ ਇਹ ਸਭ ਕੁਝ ਇਹ ਦਰਸਾਉਣ ਲਈ ਲਿਖ ਰਿਹਾ ਹਾਂ ਕਿ ਇਖਲਾਕੀ ਅਤੇ ਨੈਤਿਕ ਮਾਰਗਦਰਸ਼ਕ ਵੱਲੋਂ ਅਖੌਤੀ ਤੌਰ ਤੇ ਆਖਿਆ ਜਾਂਦਾ ਪਵਿੱਤਰ ਬਾਈਬਲ ਕਿੰਨੀ ਖਤਰਨਾਕ ਕਿਤਾਬ ਹੈ। ਸਾਰੀ ਦੁਨੀਆ ਦੇ ਕਰੋੜਾਂ ਈਸਾਈ ਬਿਨਾਂ ਕਿਸੇ ਠੋਸ ਸਬੂਤ ਦੇ ਬਾਈਬਲ ਨੂੰ ਰੱਬੀ ਬਾਣੀ ਮੰਨਦੇ ਹਨ। ਜਦੋਂ ਇਸ ਦਾ ਹੀ ਕੋਈ ਸਬੂਤ ਨਹੀਂ ਕਿ ਰੱਬ ਦੀ ਕੋਈ ਹੋਂਦ ਹੈ, ਤਾਂ ਇਹ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਬਾਈਬਲ ਰੱਬੀ ਬਾਣੀ ਹੈ। ਜੇ ਇਹ ਸਾਬਤ ਹੋ ਜਾਂਦੀ ਹੈ ਕਿ ਰੱਬ ਦੀ ਹੋਂਦ ਹੈ, ਇਹ ਤੱਥ ਇਸ ਦਾਅਵੇ ਨੂੰ ਕਿਸੇ ਵੀ ਢੰਗ ਨਾਲ ਸਹੀ ਸਿੱਧ ਨਹੀਂ ਕਰਦਾ ਕਿ ਬਾਈਬਲ ਨੂੰ ਰੱਬੀ ਪ੍ਰੇਰਨਾ ਪ੍ਰਾਪਤ ਹੈ। ਬਾਈਬਲ ਹੀ ਇਕੱਲੀ ਅਜਿਹੀ ਕਿਤਾਬ ਨਹੀਂ ਜਿਸ ਬਾਰੇ ਰੱਬੀ ਪ੍ਰੇਰਨਾ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਮੁਸਲਮਾਨ ਵੀ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਪਵਿੱਤਰ ਕਿਤਾਬ ਕੁਰਾਨ ਸ਼ਰੀਫ ਵੀ ਰੱਬ ਭਾਵ ਅੱਲਾ ਵੱਲੋਂ ਪ੍ਰੇਰਿਤ ਹੈ। ਬਾਈਬਲ ਦੇ ਅਖਲਾਕੀ ਮਾਰਗਦਰਸ਼ਕ ਸਿਧਾਂਤ, ਇਸ ਦੇ ਕਾਨੂੰਨ ਦਾ ਨਿਆਂ, ਇਸ ਦੀਆਂ ਇਤਿਹਾਸਿਕ ਗਲਤ ਬਿਆਨੀਆਂ, ਇਸ ਦੀ ਵਿਗਿਆਨਕ ਗਲਤੀਆਂ ਅਤੇ ਇਸ ਦੇ ਫਲਸਫੇ ਦੇ ਬੇਤੁਕੇਪਨ ਕਾਰਨ 20ਵੀਂ ਸਦੀ ਦਾ ਮਨੁੱਖ ਇਸ ਕਿਤਾਬ ਨੂੰ ਕਬੂਲ ਨਹੀਂ ਕਰ ਸਕਦਾ। ਬਾਈਬਲ ਦੀ ਪ੍ਰੇਰਨਾ ਦੇ ਬਾਰੇ ਗੱਲ ਹੀ ਕਿਉਂ ਕਰੀਏ ਜਦੋਂ ਅਸੀਂ ਇਹ ਜਾਣਦੇ ਹਾਂ ਕਿ ਜੋ ਕੁਝ ਇਹ ਸਿਖਾਉਂਦੀ ਹੈ ਉਹ ਸੱਚਾਈ ਨਹੀਂ। ਸੱਚੀ ਗੱਲ ਤਾਂ ਇਹ ਹੈ ਕਿ ਪ੍ਰੇਰਨਾ ਦਾ ਸਿਧਾਂਤ ਯਹੂਦੀਆਂ ਤੇ ਈਸਾਈ ਪਾਦਰੀਆਂ ਦੀ ਮਨਘੜਤ ਕਹਾਣੀ ਹੈ। ਇਹ ਕਿ ਬਾਈਬਲ ਇੱਕ ਮਨੁੱਖੀ ਸਿਰਜਣਾ ਹੈ, ਰੱਬੀ ਸਰੋਤ ਬਿਲਕੁਲ ਨਹੀਂ ਹੈ। ਇਹ ਇਸ ਤੱਥ ਤੋਂ ਹੀ ਸਾਬਤ ਹੋ ਜਾਂਦਾ ਹੈ ਕਿ ਸਦਾਚਾਰ ਦੇ ਖੇਤਰ ਵਿੱਚ ਇਹ ਇੱਕ ਬਹੁਤ ਹੀ ਖਤਰਨਾਕ ਮਾਰਗਦਰਸ਼ਕ ਹੈ। ਆਓ ਇਸ ਦੀਆਂ ਸਦਾਚਾਰਕ ਸਿੱਖਿਆਵਾਂ ਬਾਰੇ ਕੁਝ ਗੱਲ ਕਰੀਏ। ਇਮਾਨਦਾਰੀ। ਸੱਚ ਬੋਲਣਾ ਬਹੁਤ ਹੀ ਵੱਡਮੁੱਲੇ ਨੈਤਿਕ ਗੁਣਾਂ ਵਿੱਚੋਂ ਇੱਕ ਹੈ ਜਿਸ ਨੂੰ ਅਸੀਂ ਦਿਲੋਂ ਚਾਹੁੰਦੇ ਹਾਂ, ਪਰੰਤੂ ਬਾਈਬਲ ਧੋਖਾਦੇਹੀ ਅਤੇ ਝੂਠ ਬੋਲਣ ਦਾ ਸਮਰਥਨ ਕਰਦੀ ਹੈ। ਜਰਮੀਆਂ ਵਿੱਚ 20ਵੇਂ ਪਾਠ ਦੇ 7ਵੇਂ ਸ਼ਲੋਕ ਵਿੱਚ ਲਿਖਾਰੀ ਇਹ ਦੋਸ਼ ਲਾਉਂਦਾ ਹੈ, ਉਹ ਰੱਬਾ ਤੂੰ ਮੈਨੂੰ ਧੋਖਾ ਦਿੱਤਾ ਹੈ। ਪਾਠ 4 ਸ਼ਲੋਕ 10ਵੇਂ ਵਿੱਚ ਜਰਮੀਆਂ ਰੱਬ ਤੇ ਧੋਖਾ ਦੇਣ ਦਾ ਦੋਸ਼ ਲਾਉਂਦਾ ਹੈ। ਉਹ ਆਖਦਾ ਹੈ, ਆਹ ਮਾਲਕ ਰੱਬਾ ਤੂੰ ਯਰੂਸ਼ਲਮ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਫਸਟ ਕਿੰਗ ਬਾਈਬਲ ਦੀ ਇੱਕ ਕਿਤਾਬ ਦੇ 22ਵੇਂ ਪਾਠ ਵਿੱਚ ਰੱਬੀ ਝੂਠ ਦੀ ਇੱਕ ਬਹੁਤ ਹੀ ਢੁਕਵੀਂ ਮਿਸਾਲ ਮਿਲਦੀ ਹੈ। ਉੱਥੇ ਇਹ ਆਖਿਆ ਗਿਆ ਹੈ, ਲਾਰਡ ਨੇ ਆਖਿਆ, ਅਸੀਂ ਅਹਾਬ ਨੂੰ ਇੱਕ ਝੂਠੀ ਰੂਹ ਰਾਹੀਂ ਪ੍ਰੇਰਾਂਗੇ ਅਤੇ ਵੇਖੋ ਰੱਬ ਨੇ ਪੈਗੰਬਰਾਂ ਦੇ ਮੂੰਹ ਵਿੱਚ ਇੱਕ ਝੂਠੀ ਰੂਹ ਵਾੜ ਦਿੱਤੀ। ਕੋਈ ਵੀ ਅਕਲਮੰਦ ਵਿਅਕਤੀ ਸਹਿਜੇ ਹੀ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਨੂੰ ਇਹੋ ਜਿਹੇ ਰੱਬੀ ਝੂਠਾਂ ਦੀ ਸਿੱਖਿਆ ਦੇਣ ਦਾ ਸਮਰਥਨ ਨਹੀਂ ਕਰੇਗਾ। ਹਥਲੇ ਲੇਖ ਵਿੱਚ ਬਾਈਬਲ ਦੀਆਂ ਅਣਗਿਣਤ ਗਲਤ ਬਿਆਨੀਆਂ ਅਤੇ ਝੂਠਾਂ ਦਾ ਜ਼ਿਕਰ ਕਰਨਾ ਸੰਭਵ ਨਹੀਂ ਹੈ। ਜੈਨੇਸਿਸ ਦੀ ਕਿਤਾਬ ਵਿੱਚ ਦਿੱਤੀ ਗਈ ਪਾਲੋ ਦੀ ਕਹਾਣੀ ਝੂਠਾਂ ਅਤੇ ਬੇਹੂਦਗੀਆਂ ਨਾਲ ਭਰੀ ਹੋਈ ਹੈ। ਜੈਨੇਸਿਸ ਦੇ 7ਵੇਂ ਪਾਠ ਵਿੱਚ ਇਹ ਆਖਿਆ ਗਿਆ ਹੈ, ਲਗਾਤਾਰ 40 ਦਿਨ ਅਤੇ 40 ਰਾਤਾਂ ਮੀਂਹ ਪੈਂਦਾ ਰਿਹਾ। 15 ਕਿਊਸਿਕ ਮੀਂਹ ਪਿਆ ਅਤੇ ਪਹਾੜ ਡੁੱਬ ਗਏ। 1 ਕਿਊਸਿਕ 1 ਫੁੱਟ 6 ਇੰਚ ਦਾ ਹੁੰਦਾ ਹੈ। ਇਸ ਦਾ ਭਾਵ ਇਹ ਹੋਇਆ ਕਿ ਹੜ੍ਹ ਦਾ ਪਾਣੀ 22.5 ਫੁੱਟ ਡੂੰਘਾ ਸੀ। ਮਾਊਂਟ ਐਵਰੈਸਟ 29,002 ਫੁੱਟ ਉੱਚੀ ਹੈ ਅਤੇ ਮਾਊਂਟ ਰਾਫਤ 17,260 ਫੁੱਟ ਉੱਚੀ ਹੈ। ਰੱਬੀ ਪ੍ਰੇਰਿਤ ਹੋਣ ਵਾਲੀ ਬਾਈਬਲ ਵਿੱਚ ਸਾਨੂੰ ਇਹ ਦੱਸਣਾ ਕਿ 22.5 ਫੁੱਟ ਡੂੰਘੇ ਪਾਣੀ ਨਾਲ ਪਹਾੜ ਢਕੇ ਗਏ ਕਿੰਨਾ ਝੂਠ ਹੈ। ਕੀ ਕੋਈ ਵੀ ਇਮਾਨਦਾਰ ਵਿਅਕਤੀ ਬਾਈਬਲ ਦੇ ਇਸ ਝੂਠ ਨੂੰ ਮੰਨ ਸਕਦਾ ਹੈ ਕਿ ਧਰਤੀ ਦੇ ਦਿਓ ਕਦ ਜਾਨਵਰ ਜਿਵੇਂ ਡਾਇਨਾਸੌਰਸ, ਹਾਥੀ ਆਦਿ ਇੱਕ 18 ਵਰਗ ਇੰਚ ਦੀ ਮੋਰੀ ਰਾਹੀਂ ਇੱਕ ਸੰਦੂਕ ਵਿੱਚ ਜਾ ਵੜੇ? ਆਓ ਹੁਣ ਅਹਿਦਨਾਮੇ ਨਿਊ ਟੈਸਟਾਮੈਂਟ 'ਤੇ ਨਜ਼ਰ ਮਾਰੀਏ। ਉਹ ਕਿਤਾਬ ਜਿਹੜੀ ਕਿ ਸੱਚਾਈ ਲਈ ਬੇਦਾਗ ਮੰਨੀ ਜਾਂਦੀ ਹੈ। ਰੋਮਨਸ ਦੇ 3 ਪਾਠ ਵਿੱਚ ਸੇਂਟ ਪਾਲ ਝੂਠ ਬੋਲਣ ਲਈ ਇਹ ਹੈਰਾਨੀਜਨਕ ਉਚਿਤਤਾ ਪੇਸ਼ ਕਰਦੇ ਹਨ। ਉਹ ਕਹਿੰਦਾ ਹੈ, ਜੇ ਝੂਠ ਬੋਲਣ ਨਾਲ ਰੱਬ ਦੇ ਸੱਚ ਦੀ ਸ਼ਾਨ ਹੋਰ ਵੱਧਦੀ ਹੈ ਤਾਂ ਝੂਠ ਬੋਲੋ। ਦੂਸਰੀ ਕੋਰਿੰਥੀਅੰਸ
ਵਿੱਚ ਸੇਂਟ ਪਾਲ ਆਪਣੀਆਂ ਸਿੱਖਿਆਵਾਂ ਵਿੱਚ ਝੂਠ ਬੋਲਣ ਦੀ ਪ੍ਰੋੜਤਾ ਕਰਦਾ ਹੈ। ਉਹ ਕਹਿੰਦਾ ਹੈ, ਮਕਾਰ ਹੋਣ ਕਾਰਨ ਮੈਂ ਤੁਹਾਨੂੰ ਧੋਖੇ ਨਾਲ ਜਕੜ ਲਿਆ। ਪਾਲ ਅਨੁਸਾਰ ਝੂਠ ਬੋਲਣਾ ਕੋਈ ਬੁਰਾ ਨਹੀਂ ਜੇ ਉਹ ਰੱਬ ਦੀ ਸੇਵਾ ਕਰਦਾ ਹੈ। ਇੱਕ ਕਿਤਾਬ ਜਿਹੜੀ ਝੂਠ ਬੋਲਣ ਅਤੇ ਝੂਠ ਨੂੰ ਉਚਿਤ ਠਹਿਰਾਉਂਦੀ ਹੈ, ਯਕੀਨੀ ਤੌਰ 'ਤੇ ਇੱਕ ਬਹੁਤ ਹੀ ਖਤਰਨਾਕ ਸਦਾਚਾਰਕ ਮਾਰਗ ਹੈ। ਰੱਬ ਵੱਲੋਂ ਜਾਣ-ਬੁੱਝ ਕੇ ਮੋਜ਼ੇਸ ਨੂੰ ਫਰੋਹ ਕੋਲੋਂ ਝੂਠ ਬੋਲਣ ਲਈ ਆਪਣਾ ਇੰਤਜ਼ਾਰੀ ਹੈ। ਐਕਸੋਡਸ ਦੇ 15ਵੇਂ ਪਾਠ ਵਿੱਚ ਅਸੀਂ ਪੜ੍ਹਦੇ ਹਾਂ, ਮੋਜ਼ੇਸ ਅਤੇ ਆਰੋਨ ਪਹੁੰਚੇ ਅਤੇ ਫਰੋਹ ਨੂੰ ਆਖਿਆ ਕਿ ਇਜ਼ਰਾਈਲ ਦੇ ਰੱਬ ਨੇ ਇੰਝ ਆਖਿਆ ਹੈ, ਮੇਰੀ ਜਨਤਾ ਜਾਣ ਦਿਓ ਤਾਂ ਕਿ ਉਹ ਮਾਰੂਥਲ ਵਿੱਚ ਮੇਰੀ ਖਾਤਰ ਧਾਰਮਿਕ ਉਤਸਵ ਮਨਾ ਸਕਣ। ਮਾਰੂਥਲ ਵਿੱਚ ਮੇਰੇ ਵਾਸਤੇ ਕੁਰਬਾਨੀ ਦੇਣ ਲਈ 3 ਦਿਨਾਂ ਦਾ ਸਫ਼ਰ ਹੈ। ਇੱਥੇ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਬੇਸਹਾਰਾ ਰੱਬ ਆਪਣੀ ਜਨਤਾ ਨੂੰ ਗੁਲਾਮੀ ਵਿੱਚੋਂ ਮੁਕਤ ਕਰਾਉਣ ਲਈ ਜਾਣ-ਬੁੱਝ ਕੇ ਫਰੋਹ ਕੋਲ ਝੂਠ ਬੋਲਦਾ ਹੈ। ਕੀ ਇਜ਼ਰਾਈਲੀ ਜਨਤਾ ਸਿਰਫ 3 ਦਿਨਾਂ ਲਈ ਹੀ ਬਾਹਰ ਜਾ ਰਹੀ ਸੀ ਜਾਂ ਫਿਰ ਸਦਾ ਵਾਸਤੇ? ਦੁਨੀਆ ਨੂੰ ਇਮਾਨਦਾਰੀ ਦੀ ਵੀ ਸੱਚ ਜਿੰਨੀ ਲੋੜ ਹੈ। ਅਖੌਤੀ ਪਵਿੱਤਰ ਬਾਈਬਲ ਇਸ ਇਨਸਾਨ ਨੂੰ ਧੋਖੇਬਾਜ਼, ਚੋਰ ਅਤੇ ਸਹਿਯੋਗੀ ਮਨੁੱਖਾਂ ਦਾ ਲੋਟੂ ਬਣਨਾ ਸਿਖਾਉਂਦੀ ਹੈ। ਐਕਸੋਡਸ ਦੇ 3 ਪਾਠ ਵਿੱਚ ਰੱਬ ਦੀਆਂ ਆਪਣੇ ਗਵਾਂਢੀਆਂ ਨੂੰ ਲੁੱਟਣ ਲਈ ਖਾਸ ਹਦਾਇਤਾਂ ਹਨ। ਉਹ ਕਹਿੰਦਾ ਹੈ, ਮੈਂ ਇਸਰਾਏਲ ਦੀ ਜਨਤਾ ਤੇ ਮਿਸਰ ਨਿਵਾਸੀਆਂ ਸਾਹਮਣੇ ਇੱਕ ਮਿਹਰਬਾਨੀ ਕਰਾਂਗਾ ਅਤੇ ਇਹ ਇੰਝ ਹੋਵੇਗੀ ਕਿ ਜਦੋਂ ਤੁਸੀਂ ਉੱਥੇ ਜਾਵੋ, ਤੁਸੀਂ ਖਾਲੀ ਹੱਥ ਨਾ ਜਾਵੋ। ਤੁਹਾਡੀ ਹਰ ਇੱਕ ਔਰਤ ਆਪਣੀ ਗਵਾਂਢਣ ਪਾਸੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਕੀਮਤੀ ਕੱਪੜੇ ਉਧਾਰ ਮੰਗ ਲਵੇਗੀ ਅਤੇ ਉਹ ਤੁਸੀਂ ਧੀਆਂ ਪੁੱਤਾਂ ਦੇ ਪਾ ਲਵੋਗੇ ਅਤੇ ਇੰਝ ਤੁਸੀਂ ਮਿਸਰ ਨਿਵਾਸੀਆਂ ਨੂੰ ਲੁੱਟ ਲਵੋਗੇ। 12ਵਾਂ ਪਾਠ ਕਹਿੰਦਾ ਹੈ, ਇਸਰਾਈਲ ਦੇ ਸਪੂਤਾਂ ਨੇ ਇੰਝ ਹੀ ਕੀਤਾ ਜਿਵੇਂ ਰੱਬ ਨੇ ਆਖਿਆ ਸੀ ਅਤੇ ਉਹਨਾਂ ਨੇ ਮਿਸਰ ਨਿਵਾਸੀਆਂ ਪਾਸੋਂ ਸੋਨੇ ਚਾਂਦੀ ਦੇ ਗਹਿਣੇ ਅਤੇ ਕੀਮਤੀ ਕੱਪੜੇ ਉਧਾਰ ਮੰਗ ਲਏ ਅਤੇ ਰੱਬ ਨੇ ਮਿਸਰ ਨਿਵਾਸੀਆਂ ਸਾਹਮਣੇ ਲੋਕਾਂ 'ਤੇ ਇਹ ਮਿਹਰਬਾਨੀ ਕੀਤੀ ਤਾਂ ਕਿ ਜੋ ਕੁਝ ਵੀ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੇ ਉਧਾਰ ਦੇ ਦਿੱਤਾ ਅਤੇ ਉਹਨਾਂ ਨੇ ਮਿਸਰ ਨਿਵਾਸੀਆਂ ਨੂੰ ਤਬਾਹ ਕਰ ਦਿੱਤਾ। ਕੀ ਅਸੀਂ ਆਪਣੇ ਲੜਕੇ ਲੜਕੀਆਂ ਨੂੰ ਉਧਾਰ ਦੇਣ ਦੇ ਬਹਾਨੇ ਠੱਗੀ ਮਾਰਨੀ ਸਿਖਾਵਾਂਗੇ? ਜੇ ਇਹ ਬਾਈਬਲ ਦੇ ਰੱਬ ਦੇ ਵਿਚਾਰਾਂ ਵਿੱਚ ਇਖਲਾਕੀ ਗੱਲ ਵੀ ਹੈ ਤਾਂ ਵੀ ਸ੍ਰੀਲੰਕਾ ਵਿੱਚ ਸਾਨੂੰ ਆਪਣੇ ਬੱਚਿਆਂ ਨੂੰ ਅਜਿਹੇ ਗੈਰ ਇਖਲਾਕੀ ਵਿਚਾਰ ਸਿਖਾਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਅਸੀਂ ਈਸਾਈ ਲੋਕਾਂ ਨੂੰ ਕਿਵੇਂ ਇਮਾਨਦਾਰ ਅਤੇ ਸੱਚ ਮੰਨ ਸਕਦੇ ਹਾਂ ਜਦੋਂ ਉਹਨਾਂ ਦੇ ਧਾਰਮਿਕ ਗ੍ਰੰਥ ਉਹਨਾਂ ਨੂੰ ਅਜਿਹੀਆਂ ਗੈਰ ਇਖਲਾਕੀ ਗੱਲਾਂ ਸਿਖਾਉਂਦੇ ਹਨ? ਇਹ ਪ੍ਰਭਾਵ ਮਿਲਦਾ ਹੈ ਕਿ ਬਾਈਬਲ ਦਾ ਰੱਬ ਝੂਠੇ ਵਾਅਦੇ ਕਰਨ ਤੋਂ ਝਿਜਕਦਾ ਨਹੀਂ। ਜੈਨੇਸਿਸ 46 ਸ਼ਲੋਕ 3 ਵਿੱਚ ਰੱਬ ਇਸਰਾਏਲ ਨੂੰ ਸੰਬੋਧਨ ਕਰਦੇ ਹੋਏ ਕਹਿੰਦਾ ਹੈ, ਜੈਕਬ, ਮੈਂ ਤੇਰੇ ਪਿਓ ਦਾ ਰੱਬ ਹਾਂ, ਮਿਸਰ ਵਿੱਚ ਜਾਣ ਤੋਂ ਡਰੀ ਨਾ, ਕਿਉਂਕਿ ਮੈਂ ਉੱਥੇ ਤੁਹਾਨੂੰ ਇੱਕ ਕੌਮ ਬਣਾ ਦੇਵਾਂਗਾ। ਅਸਲੀਅਤ ਵਿੱਚ ਕੀ ਵਾਪਰਿਆ? ਇੱਕ ਕੌਮ ਬਣਨ ਦੀ ਬਜਾਏ ਉਸ ਦੇ ਉੱਤਰਾਧਿਕਾਰੀ ਮਿਸਰ ਵਿੱਚ ਗੁਲਾਮ ਬਣ ਗਏ। ਕੀ ਇਹ ਯਹੋਵਾ ਸਰਬਗਿਆਤਾ ਜਾਣੀ ਸੀ? ਗੁਲਾਮੀ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਵੱਧ ਸਨਮਾਨਹੀਨ ਅਧਿਆਇ ਗੁਲਾਮੀ ਅਤੇ ਗੁਲਾਮਾਂ ਦਾ ਵਪਾਰ ਦਾ ਹੈ। ਗੁਲਾਮਾਂ ਨੇ ਲੱਖਾਂ ਕਰੋੜਾਂ ਇਨਸਾਨਾਂ ਦੇ ਮਨੁੱਖਾਂ ਵਰਗੀ ਜ਼ਿੰਦਗੀ ਜਿਉਣ ਦੇ ਹੱਕ ਨੂੰ ਓਹਲੇ ਕੀਤਾ ਹੈ। ਗੁਲਾਮੀ ਨੇ ਮਨੁੱਖੀ ਜ਼ਿੰਦਗੀ ਨੂੰ ਸਭ ਤੋਂ ਬੁਰੀ ਕਿਸਮ ਦੇ ਅਤਿਆਚਾਰਾਂ ਨਾਲ ਲੋਥ-ਪੋਥ ਕੀਤਾ ਹੈ। ਬਾਈਬਲ ਦੇ ਲਿਖੇ ਜਾਣ ਤੋਂ ਪਹਿਲਾਂ ਧਰਤੀ ਦੇ ਆਬਾਦ ਹਿੱਸੇ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਸਨ। ਬਾਈਬਲ ਰਚੀ ਗਈ ਅਤੇ ਇਸ ਦੇ ਇਸ ਭਿਅੰਕਰ ਸਰਾਪ ਜਿਸ ਨੇ ਮਨੁੱਖਾਂ ਨੂੰ ਪਸ਼ੂਆਂ ਵਰਗਾ ਬਣਾ ਰੱਖਿਆ ਸੀ ਬਾਰੇ ਕੀ ਵਿਚਾਰ ਹਨ? ਸਾਨੂੰ ਇਹ ਦੱਸਿਆ ਗਿਆ ਹੈ ਕਿ ਬਾਈਬਲ ਰੱਬੀ ਸੰਦੇਸ਼ ਹੈ। ਇਹ ਸੰਦੇਸ਼ ਅਕਲਮੰਦੀ ਅਤੇ ਪਿਆਰ ਦਾ ਹੈ। ਇੱਕ ਪਾਸੇ ਤਾਂ ਇਸ ਨੂੰ ਮਨੁੱਖੀ ਆਜ਼ਾਦੀ ਲਈ ਡੰਕੇ ਤੇ ਚੋਟ ਮਾਰਨ ਵਾਲੀ ਕਿਤਾਬ ਕਿਹਾ ਜਾਂਦਾ ਹੈ, ਦੂਜੇ ਪਾਸੇ ਇਹ ਗੁਲਾਮੀ ਦਾ ਸਮਰਥਨ ਕਰਦੀ ਹੈ। ਐਕਸੋਡਸ ਦੇ 21ਵੇਂ ਪਾਠ ਵਿੱਚ ਰੱਬ ਗੁਲਾਮਾਂ ਦੇ ਮਾਲਕਾਂ ਨੂੰ ਨਸੀਹਤ ਦਿੰਦਾ ਹੈ, ਜੋ ਤੁਸੀਂ ਇਹ ਯਹੂਦੀ ਨੌਕਰ ਖਰੀਦਦੇ ਹੋ, ਉਹ 6 ਸਾਲ ਤੁਹਾਡੀ ਸੇਵਾ ਕਰੇਗਾ ਅਤੇ 7ਵੇਂ ਸਾਲ ਉਹ ਬਿਨਾਂ ਕੁਛ ਦਿੱਤੇ ਮੁਕਤ ਹੋ ਜਾਵੇਗਾ। ਜੇ ਉਹ ਸ਼ਾਦੀशुदा ਹੈ ਤਾਂ ਉਸ ਦੀ ਪਤਨੀ ਵੀ ਉਸ ਨਾਲ ਜਾਵੇਗੀ। ਜੋ ਉਸ ਦੇ ਮਾਲਕ ਨੇ ਉਸ ਨੂੰ ਪਤਨੀ ਦਿੱਤੀ ਹੈ ਅਤੇ ਉਸ ਦੇ ਤੋਂ ਧੀਆਂ ਪੁੱਤ ਜੰਮੇ ਹਨ, ਪਤਨੀ ਅਤੇ ਉਸ ਦੇ ਔਲਾਦ ਉਸ ਦੇ ਮਾਲਕ ਦੀ ਜਾਇਦਾਦ ਹੋਣਗੇ ਅਤੇ ਉਹ ਗੁਲਾਮ ਇਕੱਲਾ ਹੀ ਜਾਵੇਗਾ। ਅਤੇ ਜੇ ਨੌਕਰ ਸਪਸ਼ਟ ਤੌਰ 'ਤੇ ਇਹ ਆਖ ਦਿੰਦਾ ਹੈ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਿਆਰ ਕਰਦਾ ਹੈ, ਮੈਂ ਮੁਕਤ ਨਹੀਂ ਹੋਣਾ ਚਾਹੁੰਦਾ, ਤਾਂ ਉਸ ਦਾ ਮਾਲਕ ਉਸ ਨੂੰ ਜੱਜਾਂ ਸਾਹਮਣੇ ਲੈ ਕੇ ਜਾਵੇਗਾ ਅਤੇ ਉਸ ਦਾ ਮਾਲਕ ਉਸ ਦੇ ਕੰਨ ਵਿੱਚ ਮੋਚੀ ਦੀ ਆਰੀ ਨਾਲ ਮੋਰੀ ਕਰ ਦੇਵੇਗਾ ਅਤੇ ਉਹ ਨੌਕਰ ਸਾਰੀ ਉਮਰ ਉਸ ਦੀ ਸੇਵਾ ਕਰੇਗਾ।
ਇੰਜ ਬਾਈਬਲ ਨਿਆਂ ਦੇ ਅਨੁਸਾਰ ਇੱਕ ਗੁਲਾਮ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿਣਾ ਚਾਹੁੰਦਾ ਹੈ, ਉਸ ਨੂੰ ਸਾਰੀ ਜ਼ਿੰਦਗੀ ਗੁਲਾਮ ਰਹਿਣਾ ਪਵੇਗਾ। ਰੱਬ ਗੁਲਾਮ ਮਾਲਕਾਂ ਨੂੰ ਗੁਲਾਮਾਂ ਦਾ ਕਤਲ ਕਰਨ ਦੀ ਆਗਿਆ ਦਿੰਦਾ ਹੈ ਅਤੇ ਇਸ ਕਤਲ ਬਦਲੇ ਉਹਨਾਂ ਨੂੰ ਕੋਈ ਸਜ਼ਾ ਨਹੀਂ ਹੁੰਦੀ। ਇਸੇ ਹੀ ਪਾਠ ਵਿੱਚ ਆਖਿਆ ਗਿਆ ਹੈ, ਜੇ ਮਾਲਕ ਆਪਣੇ ਨੌਕਰ ਜਾਂ ਉਸ ਦੀ ਪਤਨੀ ਨੂੰ ਡੰਡੇ ਨਾਲ ਮਾਰਦਾ ਹੈ ਅਤੇ ਇੰਜ ਉਸ ਦੀ ਮਾਲਕ ਹੱਥੋਂ ਹੱਤਿਆ ਹੋ ਜਾਂਦੀ ਹੈ ਤਾਂ ਉਹ ਸਜ਼ਾ ਦਾ ਭਾਗੀਦਾਰ ਹੋਵੇਗਾ। ਇਸ ਦੇ ਬਾਵਜੂਦ ਜੇ ਉਹ 1 ਜਾਂ 2 ਦਿਨ ਜਿੰਦਾ ਰਹਿੰਦਾ ਹੈ ਤਾਂ ਮਾਲਕ ਸਜ਼ਾ ਦਾ ਭਾਗੀਦਾਰ ਨਹੀਂ ਹੋਵੇਗਾ, ਕਿਉਂਕਿ ਉਹ ਨੌਕਰ ਤਾਂ ਉਸ ਦੀ ਦੌਲਤ ਹੈ। ਕੀ ਕੋਈ ਸੱਭਿਆਚਾਰਕ ਵਿਅਕਤੀ ਇਹ ਮੰਨ ਸਕਦਾ ਹੈ ਕਿ ਇੱਕ ਮਨੁੱਖ ਦੂਜੇ ਦੀ ਦੌਲਤ ਹੈ? ਨਿਊ ਟੈਸਟਾਮੈਂਟ ਵੀ ਓਲਡ ਟੈਸਟਾਮੈਂਟ ਵੀ ਵਾਂਗੂ ਹੀ ਗੁਲਾਮਾਂ ਦੇ ਪੈਰਾਂ ਵਿੱਚ ਬੇੜੀਆਂ ਪਾਉਣ ਨੂੰ ਸਮਰਥਨ ਦਿੰਦੀ ਹੈ। ਇਫੇਸ਼ੀਅਨ 6 ਸ਼ਲੋਕ 5 ਵਿੱਚ ਸੇਂਟ ਪਾਲ ਆਖਦਾ ਹੈ, ਗੁਲਾਮੋ ਆਪਣੇ ਮਾਲਕਾਂ ਦੇ ਆਗਿਆਕਾਰ ਬਣੋ। ਗੁਲਾਮਾਂ ਨੂੰ ਆਪਣੇ ਸਾਹਮਣੇ ਗਿੜਗੜਾਉਣਾ ਅਤੇ ਆਪਣੇ ਮਾਲਕਾਂ ਦੇ ਚਰਨਾਂ 'ਤੇ ਰੀਂਗਦੇ ਹੋਏ ਅਤੇ ਡਰ ਨਾਲ ਕੰਬਦੇ ਹੋਏ ਹੱਥ ਲਾਉਣਾ ਸਿਖਾਇਆ ਗਿਆ ਹੈ। ਕੱਟੜਪਣਾ ਅਤੇ ਅਸਹਿਣਸ਼ੀਲਤਾ। 20ਵੀਂ ਸਦੀ ਵਿੱਚ ਅਸੀਂ ਸਿਆਸੀ ਅਤੇ ਧਾਰਮਿਕ ਆਜ਼ਾਦੀ ਲਈ ਸੰਘਰਸ਼ ਕਰ ਰਹੇ ਹਾਂ, ਪਰੰਤੂ ਰੱਬ ਅਜਿਹੀਆਂ ਆਜ਼ਾਦੀਆਂ ਦੀ ਮਨਾਹੀ ਕਰਦਾ ਹੈ। ਬਾਈਬਲ ਉਸ ਵਾਸਤੇ ਮੌਤ ਦੀ ਸਜ਼ਾ ਨਿਰਧਾਰਤ ਕਰਦੀ ਹੈ ਜਿਹੜਾ ਧਾਰਮਿਕ ਵਿਸ਼ਵਾਸ ਵਿੱਚ ਕੋਈ ਤਬਦੀਲੀ ਦਾ ਸੁਝਾਅ ਦਿੰਦਾ ਹੈ। ਇਸ ਨਾਲੋਂ ਵੱਧ ਹੋਰ ਨਿਰਦਈ ਕੀ ਗੱਲ ਹੋਵੇਗੀ ਜਿਹੜੀ ਅਸੀਂ ਡਿਊਟਰੋਟੋਮੀ ਦੇ 13ਵੇਂ ਪਾਠ ਵਿੱਚ ਪੜ੍ਹਦੇ ਹਾਂ। ਜੇ ਤੁਹਾਡਾ ਭਰਾ ਜਾਂ ਤੁਹਾਡਾ ਪੁੱਤਰ ਜਾਂ ਤੁਹਾਡੀ ਧੀ ਜਾਂ ਤੁਹਾਡੀ ਪਿਆਰੀ ਪਤਨੀ ਤੁਹਾਨੂੰ ਗੁਪਤ ਤੌਰ 'ਤੇ ਇਹ ਆਖ ਕੇ ਬਰਗਲਾਉਂਦੇ ਹਨ ਕਿ ਤੁਹਾਨੂੰ ਕਿਸੇ ਹੋਰ ਰੱਬ ਦੀ ਪੂਜਾ ਕਰਨੀ ਚਾਹੀਦੀ ਹੈ, ਤੁਹਾਨੂੰ ਉਸ ਨੂੰ ਜ਼ਰੂਰ ਹੀ ਮਾਰ ਦੇਣਾ ਚਾਹੀਦਾ ਹੈ। ਤੁਸੀਂ ਉਸ ਨੂੰ ਉਨਾ ਚਿਰ ਪੱਥਰ ਮਾਰਦੇ ਰਹੋ ਜਿੰਨਾ ਚਿਰ ਉਹ ਮਰ ਨਹੀਂ ਜਾਂਦਾ। ਇੰਜ ਯਹੋਵਾ ਦੇ ਪੁਜਾਰੀਆਂ ਤੋਂ ਬਿਨਾਂ ਬਾਕੀ ਦੇਵਤਿਆਂ ਦੇ ਭਗਤ ਜ਼ਰੂਰ ਹੀ ਮਾਰ ਦੇਣੇ ਚਾਹੀਦੇ ਹਨ। ਇਸ ਕਿਸਮ ਦੇ ਹੁਕਮਨਾਮੇ ਧਰਮਾਂ ਦੇ ਨਾਂ 'ਤੇ ਹੋ ਰਹੇ ਬਹੁਤ ਸਾਰੇ ਕਤਲੇਆਮ ਦੇ ਮੂਲ ਕਾਰਨ ਹਨ। ਕਈ ਈਸਾਈਆਂ ਦਾ ਵਿਸ਼ਵਾਸ ਹੈ ਕਿ ਨਿਊ ਟੈਸਟਾਮੈਂਟ ਧਾਰਮਿਕ ਆਜ਼ਾਦੀ ਅਤੇ ਸਹਿਣਸ਼ੀਲਤਾ ਦੇ ਪੱਖ ਵਿੱਚ ਹੈ। ਸੱਚਾਈ ਇਹ ਹੈ ਕਿ ਨਿਊ ਟੈਸਟਾਮੈਂਟ ਵੀ ਓਨੀ ਹੀ ਅਸਹਿਣਸ਼ੀਲ ਹੈ ਜਿੰਨੀ ਕਿ ਓਲਡ ਟੈਸਟਾਮੈਂਟ। ਚਾਲਾਟੀਅਨਜ਼ ਦੇ ਪਹਿਲੇ ਪਾਠ 9ਵੇਂ ਸ਼ਲੋਕ ਵਿੱਚ ਸੇਂਟ ਪਾਲ ਇਹ ਕਹਿੰਦਾ ਹੈ ਕਿ ਜੇ ਕੋਈ ਵਿਅਕਤੀ ਤੁਹਾਨੂੰ ਇਸ ਬਾਈਬਲ ਦੇ ਸਿਧਾਂਤਾਂ ਤੋਂ ਇਲਾਵਾ ਕੋਈ ਹੋਰ ਸਿਧਾਂਤ ਸਿਖਾਉਂਦਾ ਹੈ, ਉਹ ਬਹੁਤ ਹੀ ਅਭਾਗਾ ਅਤੇ ਬਦਕਿਸਮਤ ਹੈ। ਅਖੌਤੀ ਤੌਰ 'ਤੇ ਰੱਬ ਦਾ ਪੁੱਤਰ ਕਹਾਉਣ ਵਾਲੇ ਈਸਾ ਮਸੀਹ ਸੇਂਟ ਲਿਊਕ ਦੇ 19ਵੇਂ ਪਾਠ ਵਿੱਚ ਆਖਦਾ ਹੈ, ਪਰੰਤੂ ਮੇਰੇ ਉਹ ਦੁਸ਼ਮਣ ਜਿਹੜੇ ਨਹੀਂ ਚਾਹੁੰਦੇ ਕਿ ਮੈਂ ਉਹਨਾਂ ਦੇ ਹੁਕਮ ਚਲਾਵਾਂ, ਉਹਨਾਂ ਨੂੰ ਇੱਧਰ ਲੈ ਆਓ ਅਤੇ ਮੇਰੇ ਸਾਹਮਣੇ ਕਤਲ ਕਰ ਦੇਵੋ। ਮਾਰਕ ਵਿੱਚ ਉਹ ਆਖਦਾ ਹੈ, ਉਹ ਜਿਹੜਾ ਭਰੋਸਾ ਕਰਦਾ ਹੈ ਅਤੇ ਈਸਾਈ ਧਰਮ ਗ੍ਰਹਿਣ ਕਰ ਚੁੱਕਿਆ ਹੈ ਬਚ ਜਾਵੇਗਾ, ਬਾਕੀ ਸਾਰੇ ਤਬਾਹ ਹੋ ਜਾਣਗੇ। ਸਦੀਆਂ ਤੋਂ ਈਸਾਈਆਂ ਨੇ ਬਾਈਬਲ ਦੇ ਇਹਨਾਂ ਹੁਕਮਨਾਮਿਆਂ ਅਨੁਸਾਰ ਕਈ ਬੁੱਧੀਜੀਵੀ ਕਤਲ ਕੀਤੇ। ਗਿਰਜਾਘਰ ਮਨੁੱਖ ਦੀ ਰੂਹ ਨੂੰ ਬਚਾਉਣ ਦੇ ਚਾਹਵਾਨ ਸਨ, ਪਰੰਤੂ ਆਗਿਆਕਾਰੀ ਸ਼ਰਧਾਲੂਆਂ ਤੋਂ ਬਗੈਰ ਕਿਸੇ ਹੋਰ ਲਈ ਕੋਈ ਮੁਕਤੀ ਨਹੀਂ ਸੀ। ਗਿਰਜਾਘਰਾਂ ਦਾ ਇਹ ਫਰਜ਼ ਸੀ ਕਿ ਉਹ ਹਰ ਇੱਕ ਨੂੰ ਬਾਈਬਲ ਵਿੱਚ ਭਰੋਸਾ ਰੱਖਣ ਲਈ ਮਜਬੂਰ ਕਰਨ। ਅਗਲੇ ਜਹਾਨ ਵਿੱਚ ਰੂਹ ਨੂੰ ਬਚਾਉਣ ਵਾਸਤੇ ਨਾਸਤਿਕ ਦੇ ਸਰੀਰ ਨੂੰ ਤੰਗ ਕਰਨਾ ਇੱਕ ਦਿਆਲਤਾ ਭਰਪੂਰ ਨੇਕ ਕੰਮ ਸਮਝਿਆ ਜਾਂਦਾ ਸੀ। ਤਸੀਹੇ ਅਤੇ ਅਤਿਆਚਾਰ। ਕੋਈ ਵੀ ਸ਼ਕਤੀ ਉਸ ਜ਼ੁਲਮ ਦੀ ਕਲਪਨਾ ਨਹੀਂ ਕਰ ਸਕਦੀ ਜਿਹੜਾ ਮਾਸੂਮ ਮਨੁੱਖਾਂ ਅਤੇ ਔਰਤਾਂ 'ਤੇ ਢਾਹਿਆ ਗਿਆ, ਕਿਉਂਕਿ ਬਾਈਬਲ ਇੱਕ ਤਸੀਹਾਂ ਦੀ ਕਿਤਾਬ ਹੈ ਅਤੇ ਇਸ ਲਈ ਈਸਾਈ ਧਰਮ ਸਦਾ ਹੀ ਅਤਿਆਚਾਰੀ ਧਰਮ ਰਿਹਾ ਹੈ। ਈਸਾਈਆਂ ਨੇ ਆਪਣੇ ਕੁਸ਼ਲਤਾ ਤਸੀਹਾ ਦੇਣ ਦੇ ਢੰਗ ਤਰੀਕੇ ਲੱਭਣ ਵਿੱਚ ਬਰਬਾਦ ਕੀਤੀ ਹੈ। ਬਾਈਬਲ ਤਸੀਹੇ ਦੇਣ ਲਈ ਉਹਨਾਂ ਨੂੰ ਰਾਹ ਦਿਖਾਉਂਦੀ ਹੈ। ਬਾਈਬਲ ਦੀਆਂ ਸਿੱਖਿਆਵਾਂ 'ਤੇ ਅਮਲ ਕਰਨ ਕਰਕੇ ਹੀ ਲੋਕਾਂ ਦਾ ਕਤਲੇਆਮ ਕੀਤਾ ਗਿਆ। ਆਦਮਖੋਰੀ। ਇੱਕ ਸੱਭਿਆਚਾਰਕ ਵਿਅਕਤੀ ਵਾਸਤੇ ਆਦਮਖੋਰੀ ਤੋਂ ਵੱਡੀ ਵੰਗਾਰ ਹੋਰ ਕੀ ਹੋ ਸਕਦੀ ਹੈ। ਭਾਵੇਂ ਉਹ ਪੁਰਾਣੇ ਕਾਲੇ ਯੁੱਗ ਵਿੱਚ ਅਫਰੀਕਾ ਅਤੇ ਸ਼ਾਂਤ ਮਹਾਸਾਗਰ ਦੇ ਜਜ਼ੀਰਿਆਂ ਦੇ ਅਸੱਭਿਆ ਜੰਗਲੀ ਲੋਕ ਕਬਾਇਲੀ ਜੰਗਾਂ ਵਿੱਚ ਮਾਰੇ ਗਏ ਅਤੇ ਦੁਸ਼ਮਣਾਂ ਦਾ ਮਾਸ ਖਾ ਲੈਂਦੇ ਸਨ, ਪਰ ਰੱਬੀ ਪ੍ਰੇਰਨਾ ਵਾਲੀ ਬਾਈਬਲ ਆਪਣੇ ਲਾਡਲਿਆਂ ਅਤੇ ਪ੍ਰੇਮੀਆਂ ਦਾ ਮਾਸ ਖਾਣ ਦੀ ਸਿਫਾਰਿਸ਼ ਕਰਦੀ ਹੈ। ਡਿਊਟਰੋਨੋਮੀ ਦੇ 18ਵੇਂ ਭਾਗ ਵਿੱਚ ਇਹ ਆਖਿਆ ਗਿਆ ਹੈ, ਅਤੇ ਤੁਸੀਂ ਆਪਣੇ ਧੀਆਂ ਪੁੱਤਾਂ ਦਾ ਮਾਸ ਖਾਵੋਗੇ, ਬੱਚਿਆਂ ਦਾ ਮਾਸ, ਤੁਹਾਡੇ ਵਿੱਚੋਂ ਕੋਮਲ ਅਤੇ ਨਾਜ਼ੁਕ ਔਰਤਾਂ ਦਾ ਮਾਸ। ਜਰੇਮੀਆਂ ਦੇ 19ਵੇਂ ਪਾਠ ਵਿੱਚ ਇਹ ਆਖਿਆ ਗਿਆ ਹੈ, ਮੈਂ ਉਹਨਾਂ ਨੂੰ ਉਹਨਾਂ ਦੇ ਧੀਆਂ ਅਤੇ ਪੁੱਤਾਂ ਦਾ ਮਾਸ ਖਵਾਵਾਂਗਾ ਅਤੇ
ਉਹ ਸਾਰੇ ਆਪਣੇ ਦੋਸਤਾਂ ਦਾ ਮਾਸ ਖਾਣਗੇ। ਇਹੋ ਭਿਆਨਕ ਗੱਲ ਇੱਕ ਵਾਰ ਫਿਰ ਲੈਵੀਟਿਕਸ ਦੇ 26ਵੇਂ ਪਾਠ ਵਿੱਚ ਦੁਹਰਾਈ ਗਈ ਹੈ। ਬੇਦੋਸ਼ੀਆਂ ਦਾ ਕਤਲ। ਫਸਟ ਸੈਮੂਅਲ ਦੇ 15ਵੇਂ ਪਾਠ ਵਿੱਚ ਯਹੋਵਾ ਵੱਲੋਂ ਦਿੱਤੇ ਗਏ ਜ਼ਾਲਮ ਰੱਬੀ ਹੁਕਮ ਨਾਲੋਂ ਹੋਰ ਵੱਡਾ ਪਾਪ ਕੀ ਹੋ ਸਕਦਾ ਸੀ। ਹੁਣ ਜਾਓ ਅਤੇ ਅਮਾਲੇਕ ਨੂੰ ਕਤਲ ਕਰ ਦਿਓ ਅਤੇ ਜੋ ਕੁਝ ਵੀ ਉਹਨਾਂ ਕੋਲ ਹੈ ਉਸ ਨੂੰ ਬਿਲਕੁਲ ਨਸ਼ਟ ਕਰ ਦੇਵੋ। ਦੋਵੇਂ ਮਰਦ ਅਤੇ ਔਰਤਾਂ, ਮਾਸੂਮ ਬੱਚੇ, ਦੁੱਧ ਚੁੰਘਦੇ ਬੱਚੇ, ਬਲਦ, ਭੇਡਾਂ, ਊਠ ਅਤੇ ਗਧੇ ਸਭ ਨੂੰ ਜਾਨੋਂ ਮਾਰ ਦੇਵੋ। ਡਿਊਟਰੋਨੋਮੀ ਦੇ 20ਵੇਂ ਪਾਠ ਦਾ ਰੱਬੀ ਹੁਕਮ ਹੈ, ਤੁਸੀਂ ਕਿਸੇ ਵੀ ਸਾਹ ਲੈਂਦੇ ਜੀਵ ਨੂੰ ਜਿਉਂਦਾ ਨਹੀਂ ਛੱਡੋਗੇ। ਜੇ ਕਿਨਾਨ ਵਿੱਚ ਯਹੋਵਾ ਵੱਲੋਂ ਹਰ ਜਿਉਂਦੀ ਚੀਜ਼ ਨੂੰ ਅੰਧਾ-ਧੁੰਦ ਤਬਾਹ ਕਰਨ ਦੇ ਹੁਕਮ ਸਦਾਚਾਰਕ ਹਨ, ਤਾਂ ਅਸੀਂ ਅਮਰੀਕਨਾਂ ਨੂੰ ਜਿਹੜੇ ਉਸੇ ਰੱਬ ਦੀ ਪੂਜਾ ਕਰਦੇ ਹਨ ਕਿਵੇਂ ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ ਹਰ ਜਿਉਂਦੀ ਵਸਤੂ ਨੂੰ ਮਾਰਨ ਦਾ ਦੋਸ਼ ਦੇ ਸਕਦੇ ਹਾਂ, ਜਾਂ ਵੀਅਤਨਾਮ ਵਿੱਚ ਰਸਾਇਣਕ ਯੁੱਧਾਂ ਠੋਸਣ ਲਈ ਅਮਰੀਕਾ ਨੂੰ ਕਿਵੇਂ ਦੋਸ਼ੀ ਠਹਿਰਾ ਸਕਦੇ ਹਾਂ। ਈਸਾਈਆਂ ਦੇ ਰੱਬ ਦਾ ਗਲਤ ਕੰਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਦਾ ਢੰਗ ਉਹਨਾਂ ਦੇ ਬੇਦੋਸ਼ੇ ਬੱਚਿਆਂ ਨੂੰ ਮਾਰ ਦੇਣਾ ਜਾਂ ਉਹਨਾਂ ਦੀਆਂ ਪਤਨੀਆਂ ਨਾਲ ਕਿਸੇ ਦੂਜੇ ਮਰਦ ਵੱਲੋਂ ਬਲਾਤਕਾਰ ਕਰਨਾ ਹੈ। ਸੈਕੰਡ ਸੈਮੂਅਲ ਦੇ 12ਵੇਂ ਪਾਠ ਵਿੱਚ ਰੱਬ ਇਹ ਆਖਦਾ ਹੈ, ਮੈਂ ਤੁਹਾਡੇ ਘਰਾਂ ਵਿੱਚੋਂ ਹੀ ਤੁਹਾਡੇ ਵਿਰੁੱਧ ਬੁਰਾਈ ਪੈਦਾ ਕਰਾਂਗਾ। ਮੈਂ ਤੁਹਾਡੀਆਂ ਅੱਖਾਂ ਸਾਹਮਣੇ ਤੁਹਾਡੇ ਘਰੋਂ ਤੁਹਾਡੀ ਪਤਨੀ ਨੂੰ ਲੈ ਕੇ ਜਾਵਾਂਗਾ ਅਤੇ ਉਸ ਨੂੰ ਤੁਹਾਡੇ ਗੁਆਂਢੀ ਨੂੰ ਸੌਂਪ ਦੇਵਾਂਗਾ ਅਤੇ ਉਹ ਤੁਹਾਡੀ ਅਤੇ ਸਾਰੇ ਇਸਰਾਏਲ ਦੀ ਜਨਤਾ ਦੀ ਹਾਜ਼ਰੀ ਵਿੱਚ ਤੁਹਾਡੀ ਪਤਨੀ ਨੂੰ ਨਾਲ ਹਮਬਿਸਤਰ ਹੋਵੇਗਾ। ਇਸ ਤੋਂ ਵੀ ਬੁਰੀ ਗੱਲ ਜੇ ਕੋਈ ਹੋ ਸਕਦੀ ਹੈ ਤਾਂ ਉਹ ਹੈ ਮਾਪਿਆਂ ਨੂੰ ਆਪਣੇ ਜਿੱਦੀ ਜਾਂ ਹੱਠੀ ਜਾਂ ਹੁਕਮ ਅਦੂਲੀ ਕਰਨ ਵਾਲੇ ਬੱਚਿਆਂ ਨੂੰ ਕਤਲ ਕਰਨ ਦੇਣ ਦਾ ਰੱਬੀ ਹੁਕਮ। ਡਿਊਟਰੋਨੋਮੀ ਦੇ 21ਵੇਂ ਪਾਠ ਵਿੱਚ ਕਾਨੂੰਨ ਇਹ ਨਿਰਧਾਰਤ ਕਰਦਾ ਹੈ, ਜੇ ਕਿਸੇ ਦੇ ਜੱਦੀ ਜਾਂ ਬਾਗੀ ਪੁੱਤਰ ਜਿਹੜਾ ਆਪਣੇ ਬਾਪ ਦਾ ਹੁਕਮ ਨਹੀਂ ਮੰਨਦਾ ਜਾਂ ਜਿਹੜਾ ਆਪਣੀ ਮਾਂ ਦੇ ਆਖੇ ਨਹੀਂ ਲੱਗਦਾ, ਤਾਂ ਉਸ ਦੇ ਮਾਪੇ ਉਸ ਨੂੰ ਜਕੜ ਲੈਣਗੇ ਅਤੇ ਸ਼ਹਿਰ ਦੇ ਪਤਵੰਤਿਆਂ ਸਾਹਮਣੇ ਪੇਸ਼ ਕਰਨਗੇ ਅਤੇ ਉਹ ਪਤਵੰਤੇ ਬਜ਼ੁਰਗ ਇਹ ਆਖਣਗੇ ਕਿ ਇਹ ਪੁੱਤਰ ਹੱਠੀ ਅਤੇ ਬਾਗੀ ਹੈ ਅਤੇ ਸ਼ਹਿਰ ਦੇ ਸਾਰੇ ਮਰਦ ਉਸ ਨੂੰ ਪੱਥਰ ਮਾਰਨਗੇ ਜਿੰਨੀ ਦੇਰ ਤੱਕ ਉਹ ਮਰ ਨਹੀਂ ਜਾਂਦਾ। ਅਸ਼ਲੀਲ ਅਤੇ ਕਾਮੁਕ ਵਿਗਾੜ। ਕਾਮੁਕ ਬਦਲ ਚਲਣੀ ਅਤੇ ਅਸ਼ਲੀਲ ਪੁਣੇ ਵਾਸਤੇ ਬਾਈਬਲ ਨਾਲੋਂ ਦੁਨੀਆ ਦੇ ਸਾਹਿਤ ਵਿੱਚ ਕੋਈ ਹੋਰ ਕਿਤਾਬ ਵੱਧ ਬੁਰੀ ਨਹੀਂ ਹੈ। ਈਸਾ ਮਸੀਹ ਅਨੁਸਾਰ ਆਪਣੇ ਭਰਾ ਦੀ ਵਿਧਵਾ ਜਿਸ ਦੇ ਕੋਈ ਬੱਚਾ ਨਹੀਂ ਹੈ ਨਾਲ ਪਤੀ ਪਤਨੀ ਦੇ ਤੌਰ 'ਤੇ ਸਹਿਵਾਸ ਕਰਨਾ ਇਖਲਾਕੀ ਹੈ। ਮਾਰਕ ਦੇ 12ਵੇਂ ਪਾਠ ਵਿੱਚ ਜ਼ਿਕਰ ਹੈ, ਜੇ ਕਿਸੇ ਦਾ ਭਰਾ ਮਰ ਜਾਂਦਾ ਹੈ ਅਤੇ ਉਹ ਆਪਣੇ ਪਿੱਛੇ ਆਪਣੀ ਵਿਧਵਾ ਛੱਡ ਜਾਂਦਾ ਹੈ ਅਤੇ ਕੋਈ ਬੱਚਾ ਨਹੀਂ ਛੱਡਦਾ, ਉਸ ਦੇ ਭਰਾ ਨੂੰ ਉਹ ਵਿਧਵਾ ਅਪਣਾ ਲੈਣੀ ਚਾਹੀਦੀ ਹੈ ਅਤੇ ਆਪਣੇ ਭਰਾ ਵਾਸਤੇ ਬੱਚੇ ਪੈਦਾ ਕਰਨੇ ਚਾਹੀਦੇ ਹਨ। ਭਾਵੇਂ ਯਹੂਦੀ ਓਲਡ ਟੈਸਟਾਮੈਂਟ ਦੇ ਪੱਕੇ ਸਮਰਥਕ ਹਨ, ਪਰ ਇਹ ਇੱਕ ਚੰਗਾ ਲੱਛਣ ਹੈ ਕਿ ਅੱਜ ਦੇ ਇਸਰਾਏਲੀ ਯਹੂਦੀਆਂ ਨੇ ਯਹੋਵਾ ਦੇ ਰੱਬੀ ਹੁਕਮ ਦਾ ਦੁਰਾਚਾਰੀ ਪੱਖ ਵੀ ਵੇਖਣਾ ਸ਼ੁਰੂ ਕਰ ਦਿੱਤਾ ਹੈ। ਜਨਵਰੀ 1972 ਵਿੱਚ 41 ਸਾਲਾਂ ਦੇ ਬੁੱਢੇ ਇਸਰਾਏਲੀ ਨਸ਼ੀਨ ਸ਼ਰਾਬੀ ਨੂੰ ਯਹੋਵਾ ਦੇ ਰੱਬੀ ਹੁਕਮ ਦੀ ਇਨ ਬਿਨ ਪਾਲਣਾ ਕਰਦੇ ਹੋਏ ਆਪਣੇ ਭਰਾ ਦੀ ਵਿਧਵਾ ਨਾਲ ਵਿਆਹ ਕਰਾਉਣ ਦੇ ਦੋਸ਼ ਤੈਲ ਅਵੀਵ ਵਿਖੇ ਕੈਦ ਕੀਤਾ ਗਿਆ ਸੀ। ਭਾਵੇਂ ਰੱਬ ਆਪਣੇ ਭਰਾ ਦੀ ਵਿਧਵਾ ਨਾਲ ਪਤੀ ਪਤਨੀ ਵਜੋਂ ਸਹਿਵਾਸ ਕਰਨ ਦੇ ਪੱਖ ਵਿੱਚ ਸੀ, ਉਹ ਮਾਪਿਆਂ ਵੱਲੋਂ ਆਪਣੀਆਂ ਧੀਆਂ ਨਾਲ ਦਾ ਵਿਆਹ ਕਰਨ ਦੇ ਹੱਕ ਵਿੱਚ ਨਹੀਂ ਸੀ। ਫਸਟ ਕੋਰਿੰਥੀਅਸ ਦੇ 7ਵੇਂ ਪਾਠ ਵਿੱਚ ਰੱਬ ਇਹ ਕਹਿੰਦਾ ਹੈ, ਜਿਹੜਾ ਕੋਈ ਆਪਣੀ ਕੁਆਰੀ ਧੀ ਦਾ ਵਿਆਹ ਕਰਦਾ ਹੈ ਉਹ ਚੰਗੀ ਗੱਲ ਕਰਦਾ ਹੈ, ਪਰ ਜਿਹੜਾ ਉਸ ਦੀ ਸ਼ਾਦੀ ਨਹੀਂ ਕਰਦਾ ਉਹ ਇਸ ਤੋਂ ਵੀ ਵੱਧ ਚੰਗੀ ਗੱਲ ਕਰਦਾ ਹੈ। ਓਨਨ ਨੂੰ ਆਪਣੇ ਭਰਾ ਦੀ ਵਿਧਵਾ ਨਾਲ ਸਹਿਵਾਸ ਕਰਨ ਲਈ ਮਜਬੂਰ ਕੀਤਾ ਗਿਆ। ਉਹ ਇੱਕ ਬੇਰੜੇ ਬੱਚੇ ਨੂੰ ਜਨਮ ਦੇਣ ਤੋਂ ਝਿਜਕਦਾ ਸੀ, ਇਸ ਲਈ ਉਸਨੇ ਗਰਭ ਰੋਕੂ ਢੰਗ ਅਪਣਾਏ। ਰੱਬ ਨੇ ਉਸ ਨੂੰ ਕੁਟੰਬਕ ਵਿਵਚਾਰ ਕਰਨ ਲਈ ਨਹੀਂ ਮਾਰਿਆ, ਸਗੋਂ ਇਸ ਲਈ ਕਿ ਉਸਨੇ ਇੰਜ ਨਹੀਂ ਸੀ ਕੀਤਾ। ਫਸਟ ਕੋਰਿੰਥੀਅਸ ਦੇ 7ਵੇਂ ਪਾਠ ਵਿੱਚ ਰੱਬ ਹੁਕਮ ਦਿੰਦਾ ਹੈ, ਜੇ ਕੋਈ ਇਹ ਸੋਚਦਾ ਹੈ ਕਿ ਉਹ ਆਪਣੀ ਕੁਆਰੀ ਧੀ ਨਾਲ ਕੋਈ ਬੁਰਾ ਵਿਵਹਾਰ ਕਰ ਰਿਹਾ ਹੈ, ਜੇ ਉਸ ਦੀ ਜਵਾਨੀ ਦਾ ਫੁੱਲ ਖਿੜ ਚੁੱਕਿਆ ਹੋਵੇ ਤਾਂ ਉਸ ਨੂੰ ਉਸ ਦੀ ਇੱਛਾ ਪੂਰੀ ਕਰ ਦੇਣੀ ਚਾਹੀਦੀ ਹੈ। ਉਸ ਨੂੰ ਪਾਪ ਨਹੀਂ ਲੱਗਦਾ। ਕੀ ਸਾਨੂੰ ਸਕੂਲਾਂ ਵਿੱਚ ਬਾਈਬਲ ਪੜ੍ਹਾ ਕੇ ਕੁਟੰਬਕ ਵਿਵਚਾਰ ਦਾ ਪ੍ਰਚਾਰ ਕਰਨਾ ਚਾਹੀਦਾ ਹੈ? ਰੱਬ ਨੇ ਰੰਡੀਬਾਜ਼ੀ ਅਤੇ ਬੇਵਫਾਈ ਨੂੰ ਉਤਸ਼ਾਹਿਤ ਕੀਤਾ ਹੈ। ਹੋਰ ਸੀ ਦੇ 4ਥੇ ਪਾਠ ਵਿੱਚ ਰੱਬ ਆਪਣੇ ਚੁਣੇ ਹੋਏ ਲੋਕਾਂ ਨੂੰ ਦੱਸਦਾ ਹੈ, ਮੈਂ ਤੁਹਾਡੀਆਂ ਧੀਆਂ ਨੂੰ ਕੋਈ ਸਜ਼ਾ ਨਹੀਂ ਦੇਵਾਂਗਾ।
ਜਦੋਂ ਉਹ ਰੰਡੀਬਾਜ਼ੀ ਕਰਦੀਆਂ ਹਨ, ਅਤੇ ਨਾ ਹੀ ਤੁਹਾਡੀਆਂ ਪਤਨੀਆਂ ਨੂੰ ਸਜ਼ਾ ਦੇਵਾਂਗਾ ਜਦੋਂ ਉਹ ਕਾਮੁਕ ਬੇਵਫਾਈ ਕਰਦੀਆਂ ਹਨ। ਜਦੋਂ ਸੱਭਿਆ ਸਮਾਜਾਂ ਵਿੱਚ ਭੱਦਾ ਨੰਗੇਜ ਇੱਕ ਸਜ਼ਾਯੋਗ ਜੁਰਮ ਹੈ, ਰੱਬ ਦਾ ਔਰਤਾਂ ਨੂੰ ਸਜ਼ਾ ਦੇਣ ਦਾ ਢੰਗ ਸੀ ਉਹਨਾਂ ਨੂੰ ਲੋਕਾਂ ਸਾਹਮਣੇ ਨੰਗੇ ਖੜੇ ਕਰ ਦੇਣਾ। ਈਸੀਆ ਦੇ 3 ਪਾਠ ਵਿੱਚ ਇਹ ਆਖਿਆ ਗਿਆ ਹੈ, ਰੱਬ ਲਾਰਡ ਉਹਨਾਂ ਦੇ ਗੁਪਤ ਅੰਗ ਨੰਗੇ ਕਰ ਦੇਵੇਗਾ। ਯਹੋਵਾ ਜਿਸ ਨੇ ਦੁਬਾਰਾ ਸੋਚਣ ਮਗਰੋਂ ਔਰਤ ਬਣਾਈ ਅਨੁਸਾਰ ਔਰਤ ਚਲ ਸੰਪਤੀ ਹੈ, ਅਤੇ ਜਿਸ ਦਾ ਕੰਮ ਮਰਦ ਦੀ ਕਾਮਕ ਸੰਤੁਸ਼ਟੀ ਕਰਾਉਣਾ ਹੈ, ਅਤੇ ਜਦੋਂ ਇਹ ਮਰਦ ਦੀ ਚੰਗੀ ਤਰ੍ਹਾਂ ਸੰਤੁਸ਼ਟੀ ਨਹੀਂ ਕਰਵਾ ਸਕਦੀ ਤਾਂ ਪਰੇ ਸੁੱਟ ਦੇਣੀ ਚਾਹੀਦੀ ਹੈ। ਡਿਊਟਰੋਨੋਮੀ ਦੇ 21ਵੇਂ ਪਾਠ ਵਿੱਚ ਰੱਬ ਹੁਕਮ ਦਿੰਦਾ ਹੈ, ਜੇ ਤੁਹਾਨੂੰ ਯੁੱਧ ਵਿੱਚ ਜਿੱਤੀਆਂ ਹੋਈਆਂ ਔਰਤਾਂ ਵਿੱਚੋਂ ਕੋਈ ਸੁੰਦਰ ਔਰਤ ਦਿਖਾਈ ਦਿੰਦੀ ਹੈ ਅਤੇ ਜੇ ਤੁਸੀਂ ਉਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਆਪਣੀ ਪਤਨੀ ਦੇ ਤੌਰ 'ਤੇ ਰੱਖ ਸਕਦੇ ਹੋ। ਤੁਸੀਂ ਉਸ ਨੂੰ ਘਰੇ ਲਿਜਾਵੋਗੇ ਅਤੇ ਉਸ ਤੋਂ ਮਗਰੋਂ ਉਸ ਦੇ ਕਰੀਬ ਜਾਵੋ ਅਤੇ ਉਸ ਦੇ ਪਤੀ ਬਣ ਜਾਵੋ ਅਤੇ ਉਹ ਤੁਹਾਡੀ ਪਤਨੀ ਹੋਵੇਗੀ। ਅਤੇ ਜੇ ਇੰਜ ਹੋਵੇ ਕਿ ਤੁਹਾਡੀ ਉਸ ਪ੍ਰਤੀ ਕੋਈ ਇੱਛਾ ਨਹੀਂ ਤਾਂ ਉਸ ਨੂੰ ਛੱਡ ਦੇਵੋ, ਜਿੱਥੇ ਜੀ ਕਰੇ ਉਹ ਚਲੀ ਜਾਵੇ। ਕੈਨਾਨ ਵਾਸੀਆਂ ਵਿਰੁੱਧ ਇਸਰਾਏਲੀਆਂ ਵੱਲੋਂ ਲੜੀਆਂ ਗਈਆਂ ਹਮਲਾਵਰ ਜੰਗਾਂ ਵਿੱਚ ਰੱਬ ਨੇ ਇਹ ਜ਼ੋਰ ਦਿੱਤਾ ਕਿ ਉਹ ਸਾਰੀਆਂ ਕੁਆਰੀਆਂ ਕੁੜੀਆਂ ਨੂੰ ਜਿਉਂਦੇ ਫੜ ਲਿਆਉਣ ਅਤੇ ਉਸ ਵਿੱਚੋਂ ਉਸ ਨੂੰ ਵੀ ਹਿੱਸਾ ਦੇਣ। ਨੰਬਰਜ਼ ਦੇ 31ਵੇਂ ਪਾਠ ਵਿੱਚ ਹੁਕਮ ਦਿੰਦਾ ਹੈ, ਇਸ ਲਈ ਹੁਣ ਸਾਰੇ ਨੀਵੇਂ ਮਰਦਾਂ ਨੂੰ ਕਤਲ ਕਰ ਦੇਵੋ, ਸਿਰਫ ਕੁਆਰੀਆਂ ਕੁੜੀਆਂ ਫੜ ਲਵੋ ਅਤੇ ਆਪਣੇ ਵਾਸਤੇ ਰੱਖ ਲਵੋ। ਇਸਰਾਏਲੀ ਰੱਬ ਦੇ ਹੁਕਮ 'ਤੇ ਸਖਤ ਪਾਬੰਦ ਰਹੇ। ਉਹਨਾਂ ਨੇ 32,000 ਕੁਆਰੀਆਂ ਕੁੜੀਆਂ ਫੜ ਲਿਆਂਦੀਆਂ ਅਤੇ ਉਹਨਾਂ ਵਿੱਚੋਂ ਆਪਣੇ ਰੱਬ ਨੂੰ ਤੋਹਫੇ ਵਜੋਂ 31 ਕੁਆਰੀਆਂ ਕੁੜੀਆਂ ਭੇਂਟ ਕਰ ਦਿੱਤੀਆਂ। ਇੰਜ ਕੁਆਰੀਆਂ ਕੁੜੀਆਂ ਵਿੱਚ ਰੱਬ ਦਾ ਹਿੱਸਾ 1000 ਪਿੱਛੇ 1 ਕੁੜੀ ਹੋਇਆ। ਕਾਮੁਕ ਵਿਗਾੜਾਂ ਵਿੱਚ ਈਸਾਈਆਂ ਦਾ ਰੱਬ ਕਿਸੇ ਹਿੰਦੂ ਰੱਬ ਨਾਲੋਂ ਪਿੱਛੇ ਨਹੀਂ ਸੀ। ਭਗਵਾਨ ਕ੍ਰਿਸ਼ਨ ਵਾਂਗੂ ਜਿਹੜਾ ਤਲਾਅ ਵਿੱਚ ਨੰਗੀਆਂ ਨਹਾ ਰਹੀਆਂ ਗੋਪੀਆਂ ਨੂੰ ਵੇਖਦਾ ਸੀ, ਯਹੋਵਾ ਵੀ ਆਪਣੀਆਂ ਹੀ ਬਣਾਈਆਂ ਹੋਈਆਂ ਔਰਤਾਂ ਦੇ ਨੰਗੇ ਸਰੀਰ ਵੇਖ ਕੇ ਦ੍ਰਿਸ਼ਟੀ ਆਨੰਦ ਮਾਣਦਾ ਸੀ। ਸੈਕੰਡ ਸੈਮੂਅਲ ਦੇ 6ਵੇਂ ਪਾਠ ਵਿੱਚ ਅਸੀਂ ਕਿੰਗ ਡੇਵਿਡ ਬਾਰੇ ਪੜ੍ਹਦੇ ਹਾਂ, ਜਿਹੜਾ ਯਹੋਵਾ ਨੂੰ ਖੁਸ਼ ਕਰਨ ਵਾਸਤੇ ਔਰਤਾਂ ਸਾਹਮਣੇ ਨੰਗਾ ਨੱਚ ਰਿਹਾ ਹੈ। ਨਸਲਘਾਤ ਹਿਟਲਰ ਦੇ ਅਤਿਆਚਾਰ ਅਤੇ ਯਹੂਦੀਆਂ ਦਾ ਸਮੂਹ ਕਤਲੇਆਮ ਅਤੇ ਪੂਰਬੀ ਪਾਕਿਸਤਾਨ ਵਿੱਚ ਯਾਹੀਆ ਖਾਨ ਦਾ ਨਸਲਘਾਤ ਕੋਈ ਅਹਿਮੀਅਤ ਨਹੀਂ ਰੱਖਦੇ ਜਦੋਂ ਅਸੀਂ ਕੈਨਾਨ ਅਤੇ ਮਿਸਰ ਵਾਸੀਆਂ ਤੇ ਯਹੋਵਾ ਵੱਲੋਂ ਢਾਹੇ ਗਏ ਜ਼ੁਲਮਾਂ ਅਤੇ ਨਰਸੰਹਾਰ ਦੀ ਇਹਨਾਂ ਨਾਲ ਤੁਲਨਾ ਕਰਦੇ ਹਾਂ। ਜਦੋਂ ਫਿਰੋਹਾ ਇਸਰਾਏਲੀਆਂ ਨੂੰ ਦੂਰ ਭੇਜ ਦੇਣ ਲਈ ਰਜ਼ਾਮੰਦ ਸੀ, ਰੱਬ ਨੇ ਇੱਕ ਵਾਰੀ ਨਹੀਂ ਕਈ ਵਾਰੀ ਫਿਰੋਹਾ ਦਾ ਦਿਲ ਉਸ ਦਾ ਮਨ ਬਦਲਣ ਲਈ ਕਰੜਾ ਕੀਤਾ। ਇਸ ਅਖੌਤੀ ਦਿਆਲੂ ਰੱਬ ਨੇ ਇਹ ਧੋਖੇਬਾਜ਼ ਕੰਮ ਕਿਉਂ ਕੀਤਾ? ਸਿਰਫ ਵੱਧ ਤੋਂ ਵੱਧ ਬੇਕਸੂਰ ਔਰਤਾਂ ਅਤੇ ਬੱਚਿਆਂ ਅਤੇ ਉਹਨਾਂ ਦੇ ਘਰੇਲੂ ਪਸ਼ੂਆਂ ਨੂੰ ਮਾਰਨ ਦਾ ਇੱਕ ਬਹਾਨਾ ਬਣਾਉਣ ਵਾਸਤੇ। ਇਹਨਾਂ ਪਸ਼ੂਆਂ ਨੇ ਕਿਹੜਾ ਜੁਰਮ ਕੀਤਾ ਸੀ? ਜੇ ਬਾਈਬਲ ਦੇ ਜ਼ਮਾਨੇ ਵਿੱਚ ਜੰਗੀ ਜੁਰਮਾਂ ਦਾ ਫੈਸਲਾ ਕਰਨ ਲਈ ਕੋਈ ਸੰਸਥਾ ਹੁੰਦੀ ਤਾਂ ਸੱਭਿਅਕ ਲੋਕਾਂ ਨੇ ਦੁਨੀਆ ਦੇ ਸਭ ਤੋਂ ਵੱਡੇ ਅਪਰਾਧੀ ਵਜੋਂ ਬਾਈਬਲ ਦੇ ਰੱਬ ਨੂੰ ਸਜ਼ਾ ਦਿੱਤੀ ਹੁੰਦੀ। ਜੇ ਜੈਨੇਸਿਸ ਦੀ ਕਿਤਾਬ ਵਿੱਚੋਂ ਪਰਲੋ ਦੀ ਕਹਾਣੀ ਸੱਚੀ ਹੈ ਤਾਂ ਇਹ ਯਹੋਵਾ ਨੂੰ ਸਭ ਤੋਂ ਬੁਰੇ ਜੁਰਮ ਕਰਨ ਦਾ ਅਪਰਾਧੀ ਸਾਬਤ ਕਰੇਗੀ। ਉਸਨੇ ਸਾਰੇ ਬੇਕਸੂਰ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਕਿਉਂ ਕਤਲ ਕੀਤਾ ਜਿਨ੍ਹਾਂ ਨੇ ਉਸ ਵਿਰੁੱਧ ਕੋਈ ਪਾਪ ਨਹੀਂ ਸੀ ਕੀਤਾ? ਇਹ ਉਸ ਵਿਰੁੱਧ ਕਿਹੜਾ ਸੰਭਵ ਨੁਕਸਾਨ ਕਰ ਸਕਦੇ ਸਨ? ਉਸਨੇ ਹਰ ਇੱਕ ਨੂੰ ਆਪਣੀਆਂ ਅਸਫਲਤਾਵਾਂ ਵਾਸਤੇ ਦੋਸ਼ੀ ਠਹਿਰਾਇਆ। ਕੀ ਕੋਈ ਵੀ ਸੱਭਿਅਕ ਸਮਾਜ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਇਹ ਸਿੱਖਣ ਲਈ ਪੜ੍ਹਾਵੇਗਾ ਕਿ ਉਹ ਆਪਣੇ ਮਾਂ ਪਿਓ ਅਤੇ ਭੈਣ ਭਰਾਵਾਂ ਨੂੰ ਨਫ਼ਰਤ ਕਰਨ ਜਾਂ ਪਰਿਵਾਰ ਵਿੱਚ ਮਤਭੇਦ ਅਤੇ ਝਗੜੇ ਕਰਨ? ਕੀ ਅਸੀਂ ਉਹਨਾਂ ਨੂੰ ਸ਼ਾਂਤਮਈ ਢੰਗ ਤਰੀਕੇ ਸਿਖਾਉਣੇ ਹਨ ਜਾਂ ਹਿੰਸਕ ਕਾਰਵਾਈਆਂ? ਮੈਥਿਊ ਦੇ 10ਵੇਂ ਪਾਠ ਵਿੱਚ ਈਸਾ ਮਸੀਹ ਆਖਦਾ ਹੈ, ਮੈਂ ਸ਼ਾਂਤੀ ਦਾ ਪ੍ਰਚਾਰ ਕਰਨ ਲਈ ਨਹੀਂ ਆਇਆ, ਮੈਂ ਪੁੱਤ ਨੂੰ ਆਪਣੇ ਪਿਓ ਦੇ ਖਿਲਾਫ, ਧੀ ਨੂੰ ਆਪਣੀ ਮਾਂ ਦੇ ਖਿਲਾਫ ਅਤੇ ਨੂੰਹ ਨੂੰ ਸੱਸ ਦੇ ਖਿਲਾਫ ਭੜਕਾਉਣ ਲਈ ਆਇਆ ਹਾਂ। ਸੇਂਟ ਲਿਊਕ ਦੇ 22ਵੇਂ ਪਾਠ ਵਿੱਚ ਈਸਾ ਮਸੀਹ ਆਪਣੇ ਚੇਲਿਆਂ ਨੂੰ ਚੋਲੇ ਵੇਚ ਕੇ ਤਲਵਾਰਾਂ ਖਰੀਦਣ ਲਈ ਆਖਦਾ ਹੈ। ਸਕੂਲਾਂ ਵਿੱਚ ਬਾਈਬਲ ਦੀ ਪੜ੍ਹਾਈ ਬਹੁਤ ਖਤਰਨਾਕ ਹੋਣ ਕਰਕੇ ਸਰਕਾਰ ਨੂੰ ਇਸ 'ਤੇ ਪਾਬੰਦੀ ਲਾ ਦੇਣੀ ਚਾਹੀਦੀ ਹੈ। ਜੇ ਇਸ ਦੀ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਸਾਡੇ ਬੱਚੇ ਕਾਤਲ, ਬਲਾਤਕਾਰੀ, ਆਦਮਖੋਰ ਅਤੇ ਸਭ ਤੋਂ ਬੁਰੀ ਕਿਸਮ ਦੇ ਦੁਰਾਚਾਰੀ ਬਣ ਜਾਣਗੇ। ਜਦੋਂ ਸੱਭਿਆ ਵਿਅਕਤੀ ਮੌਤ ਦੀ ਸਜ਼ਾ ਨੂੰ ਖਤਮ ਕਰ ਰਿਹਾ ਹੈ, ਇੱਟ ਦਾ ਜਵਾਬ ਪੱਥਰ ਰੱਬੀ ਕਾਨੂੰਨ ਹੈ। ਸੈਕੰਡ ਕਿੰਗ ਦੇ 19ਵੇਂ ਪਾਠ ਵਿੱਚ ਅਸੀਂ ਪੜ੍ਹਦੇ ਹਾਂ, ਉਸ ਰਾਤ ਨੂੰ ਰੱਬ ਦੇ ਫਰਿਸ਼ਤੇ ਅੱਗੇ ਵਧੇ ਅਤੇ ਉਹਨਾਂ ਨੇ 13,000 ਮਿਸਰ ਵਾਸੀਆਂ ਨੂੰ ਕਤਲ ਕਰ ਦਿੱਤਾ।
ਅਤੇ ਸਵੇਰ ਤੱਕ ਉਹ ਸਾਰੇ ਮਰ ਚੁੱਕੇ ਲਾਸ਼ਾਂ ਦੇ ਢੇਰ ਸਨ। ਜੇ ਈਸਾ ਮਸੀਹ ਇੱਕ ਅੰਜੀਰ ਦੇ ਦਰਖਤ ਨੂੰ ਬਿਨਾਂ ਕਸੂਰੋਂ ਮਾਰ ਸਕਦਾ ਸੀ ਤਾਂ ਉਸ ਤੋਂ ਜਾਂ ਉਸ ਦੇ ਪਿਤਾ ਯਹੋਵਾ ਤੋਂ ਕੋਈ ਕਿਸ ਕਿਸਮ ਦੇ ਇਨਸਾਫ ਦੀ ਆਸ ਰੱਖ ਸਕਦਾ ਹੈ। ਉਹ ਰੱਬ ਨਾਲੋਂ ਹੋਰ ਵੱਧ ਨੀਚ ਜਾਂ ਬੁਰਾ ਕੌਣ ਹੋ ਸਕਦਾ ਹੈ ਜਿਹੜਾ ਮਨੁੱਖਾਂ ਅਤੇ ਪਸ਼ੂਆਂ ਦੀ ਬਲੀ ਲੈਣ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ। ਬੁਰਾਈ ਦਾ ਤਖਤ। ਸ਼ੈਤਾਨ ਨੂੰ ਇਸ ਸੰਸਾਰ ਵਿੱਚ ਬੁਰਾਈ ਵਾਸਤੇ ਕਿਉਂ ਦੋਸ਼ੀ ਮੰਨਿਆ ਜਾਵੇ ਜਦੋਂ ਰੱਬ ਇਹ ਖੁਦ ਮੰਨਦਾ ਹੈ ਕਿ ਬੁਰਾਈ ਜਾਂ ਬਦੀ ਉਸਨੇ ਖੁਦ ਪੈਦਾ ਕੀਤੀ। ਈਸੀਆ ਦੇ 45ਵੇਂ ਪਾਠ ਵਿੱਚ ਰੱਬ ਕਹਿੰਦਾ ਹੈ, ਮੈਂ ਰੌਸ਼ਨੀ ਬਣਾਈ ਹੈ ਅਤੇ ਅੰਧੇਰਾ ਪੈਦਾ ਕੀਤਾ ਹੈ, ਮੈਂ ਹੀ ਸ਼ਾਂਤੀ ਬਣਾਉਂਦਾ ਹਾਂ ਅਤੇ ਬਦੀ ਪੈਦਾ ਕਰਦਾ ਹਾਂ। ਇੱਕ ਪ੍ਰਸਿੱਧ ਬਾਈਬਲ ਦੇ ਮਾਹਰ ਮਾਰਸ਼ਲ ਜੇ ਗੋਵਿਨ ਅਨੁਸਾਰ ਮਨੁੱਖ ਉੱਤੇ ਬੁਰੇ ਪ੍ਰਭਾਵ ਪਾਉਣ ਵਾਲੀ ਬਾਈਬਲ ਤੋਂ ਵੱਧ ਖਤਰਨਾਕ ਕਿਤਾਬ ਸੰਸਾਰ ਵਿੱਚ ਕੋਈ ਨਹੀਂ ਹੈ। ਝੂਠ ਬੋਲਣਾ, ਧੋਖਾ ਦੇਣਾ, ਚੋਰੀ ਕਰਨੀ, ਗੁਲਾਮੀ, ਕਤਲ, ਆਦਮਖੋਰੀ, ਨਸਲਘਾਤ, ਕੁਟੰਬਕ ਵਿਵਚਾਰ, ਰੰਡੀਬਾਜ਼ੀ, ਕਾਮਕ ਬੇਵਫਾਈ, ਨੰਗੇਜ, ਅਸ਼ਲੀਲਪੁਣਾ, ਕਾਮਕ ਆਜ਼ਾਦੀ, ਅਤਿਆਚਾਰ ਅਤੇ ਤਸੀਹੇ ਆਦਿ ਜੁਰਮ ਹਨ ਜਿਨ੍ਹਾਂ ਦੀ ਬਾਈਬਲ ਮਨਜ਼ੂਰੀ ਦਿੰਦੀ ਹੈ ਅਤੇ ਇਹਨਾਂ ਦਾ ਸਮਰਥਨ ਕਰਦੀ ਹੈ। ਇੱਕ ਸੁਧਾਰਵਾਦੀ ਈਸਾਈ ਪਾਦਰੀ ਨੇ ਇੱਕ ਵਾਰ ਮੇਰੇ ਕੋਲ ਇਹ ਗੱਲ ਮੰਨੀ ਕਿ ਸ਼ਨੀਚਰਵਾਰ ਨੂੰ ਉਸ ਨੂੰ ਆਪਣੀ ਐਤਵਾਰ ਦੀ ਅਰਦਾਸ ਵਾਸਤੇ ਬਾਈਬਲ ਕਿਵੇਂ ਦੁਰਾਚਾਰੀ, ਅਨੈਤਿਕ ਅਤੇ ਅਸ਼ਲੀਲਪੁਣੇ ਤੋਂ ਰਹਿਤ ਯੋਗ ਵਾਕ ਚੁਣਨ ਵਿੱਚ ਕਾਫੀ ਸਮਾਂ ਬਰਬਾਦ ਕਰਨਾ ਪੈਂਦਾ ਹੈ। ਇੱਕ ਇਖਲਾਕੀ ਮਾਰਗਦਰਸ਼ਕ ਵਜੋਂ ਬਾਈਬਲ ਦੁਨੀਆ ਵਿੱਚ ਸਭ ਤੋਂ ਖਤਰਨਾਕ ਕਿਤਾਬ ਹੈ। ਜੇਲ੍ਹ ਵਿੱਚ ਜਾਣ ਦਾ ਇਸ ਤੋਂ ਵੱਧ ਆਸਾਨ ਕੋਈ ਹੋਰ ਤਰੀਕਾ ਨਹੀਂ ਕਿ ਇਸ ਰੱਬੀ ਪ੍ਰੇਰਿਤ ਕਿਤਾਬ ਦੀਆਂ ਸਿੱਖਿਆਵਾਂ 'ਤੇ ਅਮਲ ਕੀਤਾ ਜਾਵੇ। ਇਸ ਤਰ੍ਹਾਂ ਦੀ ਅਸ਼ਲੀਲ ਕਿਤਾਬ ਸਾਡੇ ਨੌਜਵਾਨਾਂ ਤੋਂ ਦੂਰ ਰੱਖੀ ਜਾਣੀ ਚਾਹੀਦੀ ਹੈ। ਉਹਨਾਂ ਈਸਾਈ ਹਮੈਤੀਆਂ ਨੂੰ ਜਿਹੜੇ ਸਕੂਲਾਂ ਵਿੱਚ ਬਾਈਬਲ ਪੜ੍ਹਾਉਣ ਦੀ ਚਿੱਟ ਲਾਈ ਜਾਂਦੇ ਹਨ, ਆਪਣੀ ਮੰਗ 'ਤੇ ਜ਼ੋਰ ਦੇਣ ਤੋਂ ਪਹਿਲਾਂ ਖੁਦ ਆਪ ਬਾਈਬਲ ਦਾ ਅਧਿਐਨ ਕਰਨਾ ਚਾਹੀਦਾ ਹੈ। For more contents related to rational thinking, subscribe our Tarkshil TV channel now. For instant updates of new videos, don't forget to press the bell icon.